प्यारे विद्यार्थियों, सत श्री अकाल। मैं नीरज सिंह कंवर BM साइंस ਜ਼ਿਲ੍ਹਾ ਹੁਸ਼ਿਆਰਪੁਰ ਬਲਾਕ 1A ਜਮਾਤ 10ਵੀਂ ਦੇ ਚੌਥੇ ਅਧਿਆਏ ਕਾਰਬਨ ਅਤੇ ਉਸਦੇ ਯੌਗਿਕ ਪਾਠ ਦੇ ਪੈਸ ਆਧਾਰਿਤ ਪ੍ਰਸ਼ਨਾਂ ਬਾਰੇ ਅੱਜ ਤੁਹਾਡੇ ਨਾਲ ਚਰਚਾ ਕਰਨ ਜਾ ਰਿਹਾ ਹਾਂ। ਅੱਜ ਅਸੀਂ ਇਹ ਜਾਣਾਂਗੇ ਕਿ ਇਸ ਪਾਠ ਦੇ ਆਮ ਪ੍ਰਸ਼ਨਾਂ ਨੂੰ ਕਿਸ ਤਰ੍ਹਾਂ ਪੈਸ ਆਧਾਰਿਤ ਪ੍ਰਸ਼ਨਾਂ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਉਹਨਾਂ ਪ੍ਰਸ਼ਨਾਂ ਨੂੰ ਕਿਸ ਤਰ੍ਹਾਂ ਅਸੀਂ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਤੁਸੀਂ ਸਾਰੇ ਬੱਚਿਆਂ ਨੇ ਆਪਣੀ ਕਾਪੀ ਉੱਤੇ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਸੁਣ ਕੇ ਨੋਟ ਕਰਨਾ ਹੈ ਅਤੇ ਇਹਨਾਂ ਨੂੰ ਸਮਝ ਕੇ ਯਾਦ ਵੀ ਕਰਨਾ ਹੈ ਤਾਂ ਕਿ ਆਉਣ ਵਾਲੀ ਪੈਸ ਦੀ ਪ੍ਰੀਖਿਆ ਵਿੱਚ ਤੁਸੀਂ ਇਹਨਾਂ ਪ੍ਰਸ਼ਨਾਂ ਰਾਹੀਂ ਚੰਗੀ ਤਰ੍ਹਾਂ ਯਾਦ ਕਰ ਸਕੋ ਅਤੇ ਆਪਣੇ ਪੇਪਰ ਵਿੱਚ ਚੰਗੇ ਅੰਕ ਲੈ ਕੇ ਆਪਣੇ ਅਧਿਆਪਕਾਂ ਦਾ ਅਤੇ ਆਪਣੇ ਮਾਂ-ਬਾਪ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਰੌਸ਼ਨ ਕਰ ਸਕੋ। ਸਾਡਾ ਪਹਿਲਾ ਪ੍ਰਸ਼ਨ ਹੈ, ਮੋਹਨ ਕਾਰਬਨ ਅਤੇ ਉਸਦੇ ਯੌਗਿਕਾਂ ਬਾਰੇ ਪੜ੍ਹ ਰਿਹਾ ਸੀ। ਉਸਨੇ ਸੋਹਨ ਤੋਂ ਪੁੱਛਿਆ ਕਿ ਕਾਰਬਨ ਅਤੇ ਹਾਈਡਰੋਜਨ ਤੋਂ ਬਣੇ ਕਾਰਬਨਿਕ ਯੌਗਿਕਾਂ ਨੂੰ ਕੀ ਕਹਿੰਦੇ ਹਨ। ਇਸ ਦੀਆਂ ਹੇਠਾਂ 4 ਆਪਸ਼ਨਾਂ ਦਿੱਤੀਆਂ ਹੋਈਆਂ ਹਨ। ਪਹਿਲੀ ਹੈਲੋਜਨ, ਦੂਜੀ ਕਿਰਿਆਤਮਕ ਸਮੂਹ, ਤੀਜੀ ਹਾਈਡਰੋਕਾਰਬਨ ਅਤੇ ਚੌਥੀ ਕਾਰਬਨੀਕਰਨ। ਪਹਿਲੀ ਆਪਸ਼ਨ ਹੈਲੋਜਨ, ਜੋ ਕਿ ਅਸੀਂ ਆਵਰਤੀ ਸਾਰਣੀ ਦੇ 17ਵੇਂ ਗਰੁੱਪ ਦੇ ਤੱਤਾਂ ਨੂੰ ਕਹਿੰਦੇ ਹਾਂ, ਜਿਵੇਂ ਫਲੋਰੀਨ, ਕਲੋਰੀਨ, ਬ੍ਰੋਮੀਨ ਅਤੇ ਆਇਓਡੀਨ। ਇਸ ਲਈ ਇਹ ਆਪਸ਼ਨ ਨਹੀਂ ਹੋ ਸਕਦੀ। ਦੂਜੀ ਕਿਰਿਆਤਮਕ ਸਮੂਹ, ਇਹ ਕਾਰਬਨ ਦੇ ਯੌਗਿਕਾਂ ਦਾ ਉਹ ਸਮੂਹ ਹੁੰਦਾ ਹੈ ਜੋ ਇੱਕੋ ਤਰ੍ਹਾਂ ਦੀ ਕਿਰਿਆ ਦਰਸਾਉਂਦਾ ਹੈ, ਇਸ ਲਈ ਇਹ ਵੀ ਨਹੀਂ ਹੋ ਸਕਦਾ। ਚੌਥਾ ਕਾਰਬਨੀਕਰਨ, ਇਹ ਕਾਰਬਨ ਦੇ ਯੌਗਿਕਾਂ ਨੂੰ ਬਣਾਉਣ ਦੀ ਇੱਕ ਕਿਰਿਆ ਹੁੰਦੀ ਹੈ, ਇਸ ਲਈ ਇਹ ਵੀ ਨਹੀਂ ਹੋ ਸਕਦਾ। ਇਸ ਲਈ ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਹੈ ਤੀਜੀ ਆਪਸ਼ਨ, ਯਾਨੀ ਈਡੀ ਹਾਈਡਰੋਕਾਰਬਨ। ਪਿਆਰੇ ਬੱਚੋਂ, ਅਸੀਂ ਕਾਰਬਨ ਅਤੇ ਹਾਈਡਰੋਜਨ ਦੇ ਬਣੇ ਯੌਗਿਕਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਸਾਡਾ ਦੂਜਾ ਪ੍ਰਸ਼ਨ ਹੈ, ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਐਲਕੇਨ ਦਾ ਆਮ ਸੂਤਰ CnH2n+2 ਹੈ। ਤਾਂ ਅਧਿਆਪਕ ਨੇ ਗੁਰਪ੍ਰੀਤ ਤੋਂ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜਾ ਪ੍ਰੋਪੇਨ ਦਾ ਸੂਤਰ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ CnH2n+2 ਫਾਰਮੂਲੇ ਵਿੱਚ n ਦਾ ਮਤਲਬ ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਹੁੰਦੀ ਹੈ ਅਤੇ ਪੁੱਛੇ ਗਏ ਪ੍ਰਸ਼ਨ ਵਿੱਚ ਪ੍ਰੋਪੇਨ ਦੇ ਸੂਤਰ ਵਿੱਚ ਪ੍ਰੋਪ ਦਾ ਮਤਲਬ ਯਾਨੀ 3 ਕਾਰਬਨ ਦੇ ਪਰਮਾਣੂ ਹੁੰਦਾ ਹੈ। ਇਸ ਤਰ੍ਹਾਂ ਜੇ ਅਸੀਂ ਆਮ ਸੂਤਰ ਦੇ ਫਾਰਮੂਲੇ ਵਿੱਚ n ਦੇ ਥਾਂ 'ਤੇ 3 ਭਰੀਏ ਤਾਂ ਸਾਡਾ ਫਾਰਮੂਲਾ ਬਣੇਗਾ C3H2 ਯਾਨੀ C3H8। ਹੁਣ ਅਸੀਂ ਅਗਰ ਹੇਠਾਂ ਦਿੱਤੀਆਂ ਆਪਸ਼ਨਾਂ ਨੂੰ ਧਿਆਨ ਨਾਲ ਵੇਖੀਏ ਤਾਂ ਇਸ ਦੇ ਵਿੱਚ ਦੂਜੀ ਆਪਸ਼ਨ CH4 ਇਸ ਦਾ ਉੱਤਰ ਨਹੀਂ ਹੋ ਸਕਦੀ। ਤੀਜੀ ਆਪਸ਼ਨ C4H10 ਇਹ ਵੀ ਇਸ ਦਾ ਉੱਤਰ ਨਹੀਂ ਹੋ ਸਕਦੀ। ਚੌਥੀ C3H6, ਇਸ ਦੇ ਵਿੱਚ ਕਾਰਬਨ ਦੇ ਪਰਮਾਣੂ ਤਾਂ 3 ਹਨ ਪਰ ਹਾਈਡਰੋਜਨ ਦੇ ਪਰਮਾਣੂ 6 ਹਨ। ਦੂਜੇ ਪ੍ਰਸ਼ਨ ਦਾ ਸਹੀ ਉੱਤਰ ਹੈ ਊੜਾ ਯਾਨੀ C3H8। ਇਹ ਪ੍ਰੋਪੇਨ ਦਾ ਰਸਾਇਣਿਕ ਸੂਤਰ ਹੈ। ਸਾਡਾ ਤੀਸਰਾ ਪ੍ਰਸ਼ਨ ਹੈ, ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਾਰਬਨ ਦੇ ਯੌਗਿਕਾਂ ਦੇ ਕਿਰਿਆਤਮਕ ਸਮੂਹ ਬਾਰੇ ਸਮਝਾਇਆ। ਵਿਦਿਆਰਥੀਆਂ ਵੱਲੋਂ ਪ੍ਰਾਪਤ ਗਿਆਨ ਦੀ ਪੜਤਾਲ ਕਰਨ ਲਈ ਅਧਿਆਪਕ ਨੇ ਵਿਦਿਆਰਥੀਆਂ ਨੂੰ ਹੇਠਾਂ ਦਿੱਤੇ ਕਿਰਿਆਤਮਕ ਸਮੂਹ ਦਾ ਨਾਮ ਦੱਸਣ ਲਈ ਕਿਹਾ। ਪਹਿਲਾ ਹੈ ਐਲਡੀਹਾਈਡ, ਦੂਜਾ ਕਾਰਬੋਕਸਿਲਿਕ ਐਸਿਡ, ਤੀਜਾ ਐਲਕੋਹਲ ਅਤੇ ਚੌਥਾ ਹੈ ਕੀਟੋਨ। ਹੁਣ ਪਿਆਰੇ ਵਿਦਿਆਰਥੀਓ, ਤੁਸੀਂ ਧਿਆਨ ਨਾਲ ਚਿੱਤਰ ਨੂੰ ਵੇਖੋ। ਇਸ ਵਿੱਚ ਪਹਿਲੇ ਅਲਕਾਈਲ ਗਰੁੱਪ ਦਿੱਤਾ ਹੈ ਜਿਹਨੂੰ R ਕਹਿੰਦੇ ਹਾਂ ਅਸੀਂ, ਉਸ ਤੋਂ ਬਾਅਦ ਕਾਰਬਨ, ਫਿਰ ਡਬਲ ਬੌਂਡ O, ਫਿਰ OH। ਅਤੇ ਹੁਣ ਇਹ ਸੋਚੋ ਕਿ ਇਹ ਕਿਹਦੇ ਵਿੱਚ ਹੁੰਦਾ ਹੈ।
RCOOH। ਐਲਡੀਹਾਈਡ ਦੇ ਵਿੱਚ ਤਾਂ ਹੁੰਦਾ ਹੈ RCHO, ਐਲਕੋਹਲ ਦੇ ਵਿੱਚ ਹੁੰਦਾ ਹੈ ROH, ਤੇ ਕੀਟੋਨ ਦੇ ਵਿੱਚ ਹੁੰਦਾ ਹੈ RCOR। ਆਰ ਦਾ ਮਤਲਬ ਅਲਕਾਈਲ ਗਰੁੱਪ ਹੈ, ਕਾਰਬਨ ਅੱਗੇ ਆਕਸੀਜਨ, O ਦਾ ਮਤਲਬ ਆਕਸੀਜਨ ਹੈ, ਤਾਂ H ਦਾ ਮਤਲਬ ਹਾਈਡਰੋਜਨ ਹੈ। ਤਾਂ ਹੁਣ ਤੁਸੀਂ ਚਿੱਤਰ ਨੂੰ ਧਿਆਨ ਨਾਲ ਵੇਖ ਕੇ ਸੋਚੋ ਕਿ RCOOH ਕਿਹਦੇ ਵਿੱਚ ਹੁੰਦਾ ਹੈ, ਅਤੇ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਉੱਤਰ ਦੇਣਾ ਹੈ। ਇਸ ਦਾ ਉੱਤਰ ਹੈ ਦੂਜੀ ਆਪਸ਼ਨ, ਯਾਨੀ ਐੜਾ ਕਾਰਬੋਕਸਿਲਿਕ ਐਸਿਡ। ਜਿਵੇਂ ਤੁਸੀਂ ਚਿੱਤਰ ਵੀ ਦੇਖਿਆ ਸੀ RCOOH, ਇਸ ਦੇ ਵਿੱਚ COOH ਗਰੁੱਪ ਜਿਹੜਾ ਹੁੰਦਾ ਉਹ ਕਾਰਬੋਕਸਿਲਿਕ ਐਸਿਡ ਗਰੁੱਪ ਹੁੰਦਾ ਹੈ, ਅਤੇ RCOOH ਕਾਰਬਨ ਦਾ ਕਾਰਬੋਕਸਿਲਿਕ ਐਸਿਡ ਦਾ ਸਮੂਹ ਬਣਾਉਂਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਅਧਿਆਪਕ ਨੇ ਜਮਾਤ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਕੇਵਲ ਅਸੰਤ੍ਰਿਪਤ ਹਾਈਡਰੋਕਾਰਬਨ ਹੀ ਜੁੜਾਤਮਕ ਪ੍ਰਤੀਕਿਰਿਆ ਕਰਦੇ ਹਨ। ਫਿਰ ਉਸਨੇ ਗੁਰਪ੍ਰੀਤ ਨੂੰ ਪੁੱਛਿਆ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਹਾਈਡਰੋਕਾਰਬਨ ਵਿੱਚ ਜੁੜਾਤਮਕ ਪ੍ਰਤੀਕਿਰਿਆ ਹੋਵੇਗੀ। ਜਿਸ ਤਰ੍ਹਾਂ ਤੁਸੀਂ ਚਿੱਤਰ ਨੂੰ ਧਿਆਨ ਨਾਲ ਵੇਖੋ, ਇਸ ਵਿੱਚ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਅਸੰਤ੍ਰਿਪਤ ਹਾਈਡਰੋਕਾਰਬਨ ਯਾਨੀ ਅਨਸੈਚੂਰੇਟਿਡ ਹਾਈਡਰੋਕਾਰਬਨ ਨੂੰ ਜਦੋਂ ਅਸੀਂ ਹਾਈਡਰੋਜਨ ਨਾਲ ਜੁੜਾਤਮਕ ਪ੍ਰਤੀਕਿਰਿਆ ਕਰਵਾਈਏ ਅਤੇ ਨਿਕਲ ਕੈਟਾਲਿਸਟ ਦੀ ਮੌਜੂਦਗੀ ਵਿੱਚ ਇਹ ਜੁੜਾਤਮਕ ਪ੍ਰਤੀਕਿਰਿਆ ਦਿਖਾਉਂਦਾ ਹੈ, ਅਤੇ ਇਸ ਤਰ੍ਹਾਂ ਇਹ ਸੰਤ੍ਰਿਪਤ ਹਾਈਡਰੋਕਾਰਬਨ ਯਾਨੀ ਸੈਚੂਰੇਟਿਡ ਹਾਈਡਰੋਕਾਰਬਨ ਬਣਾ ਦਿੰਦਾ ਹੈ। ਜਿਸ ਤਰ੍ਹਾਂ ਚਿੱਤਰ ਵਿੱਚ ਈਥੀਨ ਤੋਂ ਈਥੇਨ ਬਣਾਇਆ ਗਿਆ ਹੈ। ਹੁਣ ਤੁਸੀਂ ਆਪਸ਼ਨਾਂ ਨੂੰ ਜਰਾ ਧਿਆਨ ਨਾਲ ਵੇਖੋ। ਇਸ ਦੇ ਵਿੱਚ ਪਹਿਲੀ ਆਪਸ਼ਨ C3H8 ਪ੍ਰੋਪੇਨ ਦੀ ਹੈ, ਦੂਜੀ ਆਪਸ਼ਨ C2H4 ਈਥੀਨ ਦੀ ਹੈ, ਤੀਜੀ ਆਪਸ਼ਨ CH4 ਮੀਥੇਨ ਦੀ ਹੈ, ਅਤੇ ਚੌਥੀ ਆਪਸ਼ਨ C2H6 ਈਥੇਨ ਦੀ ਹੈ। ਇਸੇ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੰਤ੍ਰਿਪਤ ਹਾਈਡਰੋਕਾਰਬਨ ਹੀ ਜੁੜਾਤਮਕ ਪ੍ਰਤੀਕਿਰਿਆ ਦਿੰਦੇ। ਇਸ ਦਾ ਸਹੀ ਉੱਤਰ ਦੂਜੀ ਆਪਸ਼ਨ ਯਾਨੀ ਐੜਾ C2H4 ਹੈ, ਜਿਸ ਨੂੰ ਈਥੀਨ ਕਹਿੰਦੇ ਹਨ, ਕਿਉਂਕਿ ਈਥੀਨ ਇੱਕ ਅਸੰਤ੍ਰਿਪਤ ਹਾਈਡਰੋਕਾਰਬਨ ਯਾਨੀ ਅਨਸੈਚੂਰੇਟਿਡ ਹਾਈਡਰੋਕਾਰਬਨ ਹੈ, ਜਿਸ ਵਿੱਚ ਡਬਲ ਬੌਂਡ ਹੁੰਦਾ ਹੈ। ਇਸ ਲਈ ਇਹ ਜੁੜਾਤਮਕ ਪ੍ਰਤੀਕਿਰਿਆ ਵਿਖਾਉਂਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸੁਮਨ ਨੇ ਕੱਪੜੇ ਧੋਂਦੇ ਹੋਏ ਅਨੁਭਵ ਕੀਤਾ ਕਿ ਕਠੋਰ ਪਾਣੀ ਹੋਣ ਕਾਰਨ ਝੱਗ ਮੁਸ਼ਕਿਲ ਨਾਲ ਬਣ ਰਹੀ ਹੈ। ਇਸ ਸਮੱਸਿਆ ਤੋਂ ਨਜਿੱਠਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ। ਪਹਿਲੀ ਆਪਸ਼ਨ, ਉਸ ਨੂੰ ਪਾਣੀ ਨੂੰ ਉਬਾਲ ਲੈਣਾ ਚਾਹੀਦਾ ਹੈ। ਦੂਜੀ, ਉਸ ਨੂੰ ਸਾਬੁਣ ਦੀ ਥਾਂ ਮੈਲ ਨਿਵਾਰਕ ਦੀ ਵਰਤੋਂ ਕਰਨੀ ਚਾਹੀਦੀ ਹੈ। ਤੀਜੀ, ਊੜਾ ਅਤੇ ਐੜਾ ਦੋਵੇਂ, ਕਿ ਉਸ ਨੂੰ ਪਾਣੀ ਉਬਾਲਣਾ ਵੀ ਚਾਹੀਦਾ ਹੈ ਅਤੇ ਮੈਲ ਨਿਵਾਰਕ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ। ਚੌਥਾ, ਉਪਰੋਕਤ ਵਿੱਚੋਂ ਵੀ ਨਹੀਂ। ਹੁਣ ਤੁਸੀਂ ਇਸ ਬਾਰੇ ਪੜ੍ਹਿਆ ਹੈ ਕਿ ਜੇ ਅਸੀਂ ਭਾਰੇ ਪਾਣੀ ਵਿੱਚ ਕੱਪੜੇ ਧੋਂਦੇ ਹਾਂ ਜਾਂ ਅਸੀਂ ਭਾਰੇ ਪਾਣੀ ਨੂੰ ਨਹਾਉਣ ਲਈ ਵਰਤਦੇ ਹਾਂ, ਅਤੇ ਉਸ ਵਿੱਚ ਇੱਕ ਅਘੁਲਣਸ਼ੀਲ ਪਦਾਰਥ ਬਣ ਜਾਂਦਾ ਹੈ, ਜਿਸ ਕਾਰਨ ਪੂਰੀ ਤਰ੍ਹਾਂ ਸਫਾਈ ਕੱਪੜੇ ਦੀ ਨਹੀਂ ਹੋ ਪਾਉਂਦੀ ਅਤੇ ਸਾਨੂੰ ਵੱਧ ਤੋਂ ਵੱਧ ਸਾਬੁਣ ਲਗਾਉਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਜ਼ਿਆਦਾ ਸਾਬੁਣ ਦੀ ਵਰਤੋਂ ਕਰਨੀ ਪੈਂਦੀ ਹੈ। ਇੱਕ ਹੋਰ ਸਾਡੇ ਕੋਲ ਪ੍ਰਕਾਰ ਦਾ ਯੌਗਿਕ ਹੈ, ਭਾਵ ਮੈਲ ਨਿਵਾਰਕ। ਇਸ ਦਾ ਉਪਯੋਗ ਕਰਕੇ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਮੈਲ ਨਿਵਾਰਕ ਕਾਰਬਨ ਲੰਬੀ ਲੜੀ ਵਾਲੇ ਕਾਰਬੋਕਸਿਲਿਕ ਤੇਜ਼ਾਬਾਂ ਦੇ ਗੁਣ ਦੇ ਆਮ ਕਰਕੇ ਅਮੋਨੀਅਮ ਅਤੇ ਸਲਫੇਟ ਲੂਣ ਹੁੰਦੇ ਹਨ। ਇਹਨਾਂ ਯੌਗਿਕਾਂ ਦੇ ਚਾਰਜਿਤ ਸਿਰੇ ਕਠੋਰ ਪਾਣੀ ਜਾਂ ਭਾਰੇ ਪਾਣੀ ਵਿੱਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਇਨਾਂ ਨਾਲ ਅਘੁਲਣਸ਼ੀਲ ਪਦਾਰਥ ਨਹੀਂ ਬਣਾਉਂਦੇ। ਇਸ ਪ੍ਰਕਾਰ ਇਹ ਕਠੋਰ ਪਾਣੀ ਵਿੱਚ ਵੀ ਅਸਰਦਾਰ ਬਣੇ ਰਹਿੰਦੇ ਹਨ। ਇਸ ਲਈ ਅਸੀਂ ਮੈਲ ਨਿਵਾਰਕਾਂ ਦੀ ਵਰਤੋਂ ਕਠੋਰ ਪਾਣੀ ਦੇ ਵਿੱਚ ਕੱਪੜੇ ਧੋਣ ਲਈ ਕਰਦੇ ਹਾਂ, ਅਤੇ ਇਸ ਤਰ੍ਹਾਂ ਅਸੀਂ ਆਪਣਾ ਸਹੀ ਉੱਤਰ ਇਹਦੇ ਵਿੱਚੋਂ, ਇਸ ਦਾ ਸਹੀ ਉੱਤਰ ਹੈ ਈੜੀ, ਯਾਨੀ ਊੜਾ ਅਤੇ ਐੜਾ ਦੋਵੇਂ। ਮਤਲਬ ਕਿ ਅਸੀਂ ਕਠੋਰ ਪਾਣੀ ਵਿੱਚ ਕੱਪੜੇ ਧੋਣ ਲਈ
ਪਾਣੀ ਉਬਾਲ ਵੀ ਸਕਦੇ ਹਾਂ, ਕਿਉਂਕਿ ਉਬਲੇ ਪਾਣੀ ਦੇ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣਾਂ ਦੀ ਮਾਤਰਾ ਘਟ ਜਾਂਦੀ ਹੈ ਅਤੇ ਅਸੀਂ ਮੈਲ ਨਿਵਾਰਕਾਂ ਦੀ ਵੀ ਵਰਤੋਂ ਕਰ ਸਕਦੇ ਹਾਂ। ਬਾਜ਼ਾਰ ਵਿੱਚ ਬਹੁਤ ਸਾਰੇ ਮੈਲ ਨਿਵਾਰਕ ਯਾਨੀ ਡਿਟਰਜੈਂਟ ਸਾਡੇ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਕਠੋਰ ਪਾਣੀ ਵਿੱਚ ਕੱਪੜੇ ਧੋਣ ਲਈ ਕਰ ਸਕਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ, ਸੰਦੀਪ ਨੇ ਜਮਾਤ ਵਿੱਚ ਪ੍ਰਯੋਗ ਦੌਰਾਨ ਐਲਕੋਹਲ ਅਤੇ ਕਾਰਬੋਕਸਿਲਿਕ ਤੇਜ਼ਾਬ ਵਿੱਚ ਅੰਤਰ ਪਤਾ ਕਰਨ ਬਾਰੇ ਸਿੱਖਿਆ। ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰਯੋਗ ਰਾਹੀਂ ਤੁਸੀਂ ਐਲਕੋਹਲ ਅਤੇ ਕਾਰਬੋਕਸਿਲਿਕ ਤੇਜ਼ਾਬ ਵਿੱਚ ਅੰਤਰ ਦੱਸ ਸਕਦੇ ਹੋ? ਪਹਿਲਾ, ਸੋਡੀਅਮ ਬਾਈਕਾਰਬੋਨੇਟ ਨਾਲ, ਦੂਜਾ ਲਿਟਮਸ ਪੇਪਰ ਨਾਲ, ਤੀਜਾ ਸੋਡੀਅਮ ਧਾਤ ਨਾਲ, ਚੌਥਾ ਉਪਰੋਕਤ ਸਾਰੇ। ਜਿਵੇਂ ਤੁਸੀਂ ਜਮਾਤ ਵਿੱਚ ਸਿੱਖਿਆ ਹੋਵੇਗਾ ਕਿ ਸੋਡੀਅਮ ਬਾਈਕਾਰਬੋਨੇਟ ਦੇ ਜਲੇਈ ਘੋਲ ਨਾਲ ਕਾਰਬੋਕਸਿਲਿਕ ਤੇਜ਼ਾਬ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ। ਇਸੇ ਤਰ੍ਹਾਂ ਅਲਕੋਹਲ ਨਾਲ ਸੋਡੀਅਮ ਬਾਈਕਾਰਬੋਨੇਟ ਦਾ ਜਲੇਈ ਘੋਲ ਕੋਈ ਕਿਰਿਆ ਨਹੀਂ ਕਰਦਾ। ਹੁਣ ਅਸੀਂ ਲਿਟਮਸ ਪੇਪਰ ਨਾਲ ਅਗਰ ਦੋਨਾਂ ਦੀ ਕਿਰਿਆ ਕਰਵਾਈਏ ਤੇ ਉਸ ਵਿੱਚ ਅਲਕੋਹਲ ਲਿਟਮਸ ਪੇਪਰ ਨਾਲ ਕੋਈ ਪ੍ਰਭਾਵ ਨਹੀਂ ਦੇਵੇਗਾ, ਪਰੰਤੂ ਕਾਰਬੋਕਸਿਲਿਕ ਤੇਜ਼ਾਬ ਲਿਟਮਸ ਪੇਪਰ ਨਾਲ ਕਿਰਿਆ ਕਰਕੇ ਉਸਦਾ ਰੰਗ ਬਦਲ ਦੇਵੇਗਾ। ਜਿਵੇਂ ਅਸੀਂ ਐਸਿਡ ਦੇ ਵਿੱਚ ਇਸ ਦੀ ਕਿਰਿਆ ਰਾਹੀਂ ਟੈਸਟ ਕਰਦੇ ਹਾਂ ਕਿ ਲਿਟਮਸ ਪੇਪਰ ਦਾ ਰੰਗ ਅਗਰ ਨੀਲੇ ਤੋਂ ਲਾਲ ਹੋ ਜਾਵੇ ਤੇ ਦਿੱਤਾ ਹੋਇਆ ਪਦਾਰਥ ਸਾਡੇ ਕੋਲ ਐਸਿਡ ਹੁੰਦਾ ਹੈ। ਇਸੇ ਤਰ੍ਹਾਂ ਸੋਡੀਅਮ ਧਾਤ ਨਾਲ ਅਗਰ ਅਸੀਂ ਕਿਰਿਆ ਕਰਵਾਈਏ ਤੇ ਅਲਕੋਹਲ ਸੋਡੀਅਮ ਧਾਤ ਨਾਲ ਬੜੀ ਤੇਜ਼ੀ ਨਾਲ ਕਿਰਿਆ ਕਰਦਾ ਹੈ, ਪਰੰਤੂ ਕਾਰਬੋਕਸਿਲਿਕ ਤੇਜ਼ਾਬ ਨਾਲ ਸੋਡੀਅਮ ਉਨਾ ਹੀ ਸਲੋ ਕਿਰਿਆ ਕਰਦਾ ਹੈ ਜਾਂ ਹੌਲੀ ਕਿਰਿਆ ਕਰਦਾ ਹੈ। ਇਸ ਤਰ੍ਹਾਂ ਇਹ ਤਿੰਨੋਂ ਜਿਹੜੇ ਸਾਡੇ ਪਦਾਰਥ ਦਿੱਤੇ ਗਏ ਹਨ, ਸੋਡੀਅਮ ਬਾਈਕਾਰਬੋਨੇਟ, ਲਿਟਮਸ ਪੇਪਰ ਤੇ ਸੋਡੀਅਮ ਧਾਤ, ਤਿੰਨਾਂ ਨਾਲ ਅਸੀਂ ਵੱਖ-ਵੱਖ ਕਿਰਿਆ ਕਰਵਾ ਕੇ ਅਲਕੋਹਲ ਅਤੇ ਕਾਰਬੋਕਸਿਲਿਕ ਤੇਜ਼ਾਬ ਵਿੱਚ ਅੰਤਰ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਹੈ ਚੌਥੀ ਆਪਸ਼ਨ ਯਾਨੀ ਸੱਸਾ, ਉਪਰੋਕਤ ਸਾਰੇ। ਯਾਨੀ ਅਸੀਂ ਸਾਰੇ ਹੀ ਦਿੱਤੇ ਪਦਾਰਥਾਂ ਨਾਲ, ਸੋਡੀਅਮ ਬਾਈਕਾਰਬੋਨੇਟ ਨਾਲ, ਸੋਡੀਅਮ ਧਾਤ ਨਾਲ ਤੇ ਲਿਟਮਸ ਪੇਪਰ ਨਾਲ, ਤਿੰਨਾਂ ਨਾਲ ਹੀ ਅਲਕੋਹਲ ਅਤੇ ਕਾਰਬੋਕਸਿਲਿਕ ਤੇਜ਼ਾਬ ਵਿੱਚ ਅੰਤਰ ਪਤਾ ਕਰ ਸਕਦੇ ਹਾਂ। ਜਗਜੀਤ ਨੇ ਆਪਣੀ ਕਿਤਾਬ ਵਿੱਚ ਪੜ੍ਹਿਆ ਕਿ ਸਾਰੀਆਂ ਸਜੀਵ ਰਚਨਾਵਾਂ ਕਾਰਬਨ 'ਤੇ ਆਧਾਰਿਤ ਹਨ। ਉਹ ਹੈਰਾਨ ਰਹਿ ਗਿਆ ਤੇ ਸੋਚਣ ਲੱਗਾ ਕਿ ਕਾਰਬਨ ਦਾ ਉਹ ਕਿਹੜਾ ਗੁਣ ਹੈ ਜਿਸ ਕਰਕੇ ਸਾਡੇ ਆਲੇ ਦੁਆਲੇ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ। ਇਸ ਦੀ ਪਹਿਲੀ ਆਪਸ਼ਨ ਹੈ ਚੌਹ ਸੰਯੋਜਕਤਾ, ਦੂਜੀ ਲੜੀ ਬੰਧਨ, ਤੀਜੀ ਊੜਾ ਅਤੇ ਐੜਾ ਦੋਵੇਂ ਤੇ ਚੌਥੀ ਆਪਸ਼ਨ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਆਪਣੀ ਜਮਾਤ ਵਿੱਚ ਪੜ੍ਹਿਆ ਹੈ ਕਿ ਕਾਰਬਨ ਵਿੱਚ ਦੋ ਗੁਣ ਬੜੇ ਖਾਸ ਹੁੰਦੇ ਹਨ ਜੋ ਇਸ ਨੂੰ ਬਾਕੀ ਤੱਤਾਂ ਨਾਲੋਂ ਵਿਲੱਖਣ ਬਣਾਉਂਦੇ ਹਨ, ਜਿਸ ਵਿੱਚ ਪਹਿਲਾ ਗੁਣ ਹੈ ਚੌਹ ਸੰਯੋਜਕਤਾ ਜਾਂ ਟੈਟਰਾਵੈਲੈਂਸੀ। ਇਸ ਦੇ ਅਨੁਸਾਰ ਕਾਰਬਨ ਆਪਣੇ ਵਰਗੇ 4 ਪਰਮਾਣੂਆਂ ਜਾਂ ਕੁਝ ਹੋਰ ਇੱਕ ਸੰਯੋਜਕ ਤੱਤਾਂ ਦੇ ਪਰਮਾਣੂਆਂ ਨਾਲ 4 ਵੱਖਰੇ ਬੰਧਨ ਬਣਾ ਸਕਦਾ ਹੈ। ਇਸੇ ਤਰ੍ਹਾਂ ਦੂਸਰਾ ਕਾਰਬਨ ਦਾ ਗੁਣ ਹੈ ਲੜੀ ਬੰਧਨ। ਲੜੀ ਬੰਧਨ ਦਾ ਮਤਲਬ ਹੈ ਕਿ ਕਾਰਬਨ ਆਪਣੇ ਵਰਗੇ ਕਈ ਸਾਰੇ ਪਰਮਾਣੂਆਂ ਨਾਲ ਜੁੜ ਕੇ ਇੱਕ ਲੰਬੀ ਔਰ ਮਜ਼ਬੂਤ ਬਣਾ ਸਕਦਾ ਹੈ। ਇਸ ਤਰ੍ਹਾਂ ਇਹ ਦੋ ਗੁਣ ਬਾਕੀਆਂ ਤੱਤਾਂ ਨਾਲੋਂ ਇਸ ਨੂੰ ਵੱਖਰਾ ਬਣਾਉਂਦੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ ਤੀਜੀ ਆਪਸ਼ਨ ਯਾਨੀ ਊੜਾ ਅਤੇ ਐੜਾ ਦੋਵੇਂ, ਯਾਨੀ ਚੌਹ ਸੰਯੋਜਕਤਾ ਅਤੇ ਲੜੀ ਬੰਧਨ। ਇਹ ਦੋ ਗੁਣ ਕਾਰਬਨ ਨੂੰ ਬਾਕੀ ਸਾਰੇ ਤੱਤਾਂ ਨਾਲੋਂ ਵਿਲੱਖਣ ਜਾਂ ਅਲੱਗ ਬਣਾਉਂਦੇ ਹਨ। ਸਾਡਾ ਅਗਲਾ ਪ੍ਰਸ਼ਨ ਹੈ, ਸਨੇਹਾ ਨੇ ਜਮਾਤ ਵਿੱਚ ਹਾਈਡਰੋਜਨੀਕਰਨ ਕਿਰਿਆ ਬਾਰੇ ਪੜ੍ਹਿਆ, ਜਿਸ ਰਾਹੀਂ ਵਨਸਪਤੀ ਤੇਲ ਨੂੰ ਵਨਸਪਤੀ ਘਿਓ ਵਿੱਚ ਬਦਲਿਆ ਜਾਂਦਾ ਹੈ। ਇਹ ਪੜ੍ਹ ਕੇ ਉਸਨੇ ਆਪਣੀ ਅਧਿਆਪਕਾ ਨੂੰ ਪੁੱਛਿਆ ਕਿ ਘਰ ਵਿੱਚ ਭੋਜਨ ਪਕਾਉਣ ਲਈ ਇਹਨਾਂ ਦੋਵਾਂ ਵਿੱਚੋਂ ਕਿਸ ਦਾ ਉਪਯੋਗ ਕਰਨਾ ਚਾਹੀਦਾ ਹੈ।
ਪਹਿਲੀ ਆਪਸ਼ਨ ਬਨਸਪਤੀ ਤੇਲ, ਦੂਜੀ ਬਨਸਪਤੀ ਘਿਓ, ਤੀਜੀ ਊੜਾ ਅਤੇ ਐੜਾ ਦੋਵੇਂ, ਅਤੇ ਚੌਥੀ ਆਪਸ਼ਨ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ ਕਿ ਵਨਸਪਤੀ ਤੇਲ ਯਾਨੀ ਵੈਜੀਟੇਬਲ ਆਇਲ ਨੂੰ, ਜਿਸ ਵਿੱਚ ਅਸੰਤ੍ਰਿਪਤ ਹਾਈਡਰੋਕਾਰਬਨ ਹੁੰਦੇ ਹਨ, ਜੇ ਅਸੀਂ ਨਿਕਲ ਕੈਟਾਲਿਸਟ ਦੀ ਮੌਜੂਦਗੀ ਵਿੱਚ ਹਾਈਡਰੋਜਨ ਗੈਸ ਨਾਲ ਕਿਰਿਆ ਕਰਵਾਈਏ ਤੇ ਇਹ ਸੰਤ੍ਰਿਪਤ ਹਾਈਡਰੋਕਾਰਬਨ ਯਾਨੀ ਵਨਸਪਤੀ ਘਿਓ ਵਿੱਚ ਬਦਲ ਜਾਂਦਾ ਹੈ। ਵਨਸਪਤੀ ਘਿਓ ਵਿੱਚ ਕਈ ਸਾਰੇ ਇਸ ਤਰ੍ਹਾਂ ਦੇ ਟਰਾਂਸ ਫੈਟਸ ਮੌਜੂਦ ਹੁੰਦੇ ਹਨ ਜੋ ਹਿਰਦੇ ਦੇ ਕਈ ਸਾਰੇ ਰੋਗ ਪੈਦਾ ਕਰ ਸਕਦੇ ਹਨ, ਪਰੰਤੂ ਇਸ ਦੇ ਵਿਪਰੀਤ ਵਨਸਪਤੀ ਤੇਲ ਵਿੱਚ ਇੱਦਾਂ ਦੇ ਕੋਈ ਫੈਟ ਮੌਜੂਦ ਨਹੀਂ ਹੁੰਦੇ ਜੋ ਸਾਡੇ ਦਿਲ ਦੀ ਬਿਮਾਰੀ ਨੂੰ ਪੈਦਾ ਕਰਦੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ ਊੜਾ ਯਾਨੀ ਵਨਸਪਤੀ ਤੇਲ। ਇਸ ਦਾ ਮਤਲਬ ਸਾਨੂੰ ਘਰਾਂ ਵਿੱਚ ਭੋਜਨ ਪਕਾਉਣ ਲਈ ਜ਼ਿਆਦਾਤਰ ਵਨਸਪਤੀ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਟਰਾਂਸ ਫੈਟ ਮੌਜੂਦ ਨਹੀਂ ਹੁੰਦੇ ਜਿਸ ਨਾਲ ਸਾਨੂੰ ਦਿਲ ਦੀ ਬਿਮਾਰੀ ਹੋਵੇ ਜਾਂ ਸਾਡੀ ਸਿਹਤ ਨੂੰ ਕੋਈ ਖਤਰਾ ਹੋਵੇ। ਇਸ ਲਈ ਸਾਨੂੰ ਘਰਾਂ ਵਿੱਚ ਭੋਜਨ ਪਕਾਉਣ ਲਈ ਵਨਸਪਤੀ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰਾਧਿਕਾ ਨੇ ਆਪਣੇ ਘਰ ਦੀ ਰਸੋਈ ਵਿੱਚ ਬਲਦੀ ਹੋਈ ਗੈਸ ਦੇਖੀ ਜੋ ਨੀਲੀ ਲਾਟ ਨਾਲ ਜਲ ਰਹੀ ਸੀ। ਰਾਧਿਕਾ ਨੂੰ ਯਾਦ ਆਇਆ ਕਿ ਜਮਾਤ ਵਿੱਚ ਅਧਿਆਪਕ ਨੇ ਉਹਨਾਂ ਨੂੰ ਦੱਸਿਆ ਸੀ ਕਿ ਡੈਸ਼ ਹਾਈਡਰੋਕਾਰਬਨ ਨੀਲੀ ਲਾਟ ਨਾਲ ਬਲਦੇ ਹਨ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਸੰਤ੍ਰਿਪਤ ਹਾਈਡਰੋਕਾਰਬਨ, ਦੂਜੀ ਅਸੰਤ੍ਰਿਪਤ ਹਾਈਡਰੋਕਾਰਬਨ, ਤੀਜੀ ਊੜਾ ਅਤੇ ਐੜਾ ਦੋਵੇਂ, ਅਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਪਹਿਲੇ ਪੜ੍ਹਿਆ ਹੋਵੇਗਾ ਕਿ ਸਾਡੇ ਘਰਾਂ ਵਿੱਚ ਜੋ ਗੈਸ ਅਸੀਂ ਆਪਣੀ ਰਸੋਈ ਵਿੱਚ ਵਰਤੋਂ ਵਿੱਚ ਲਿਆਉਂਦੇ ਹਾਂ, ਉਸ ਵਿੱਚ ਇੱਕ ਖਾਸ ਕਿਸਮ ਦੀ ਗੈਸ ਹੁੰਦੀ ਹੈ ਜਿਸ ਨੂੰ ਬਿਊਟੇਨ ਕਹਿੰਦੇ ਹਾਂ, ਅਤੇ ਬਿਊਟੇਨ ਇੱਕ ਸੰਤ੍ਰਿਪਤ ਹਾਈਡਰੋਕਾਰਬਨ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਊੜਾ ਯਾਨੀ ਸੰਤ੍ਰਿਪਤ ਹਾਈਡਰੋਕਾਰਬਨ, ਜਿਸ ਨੂੰ ਅਸੀਂ ਸੈਚੂਰੇਟਿਡ ਹਾਈਡਰੋਕਾਰਬਨ ਵੀ ਕਹਿੰਦੇ ਹਾਂ। ਸਾਡੇ ਘਰਾਂ ਦੀ ਰਸੋਈ ਵਿੱਚ ਬਲਣ ਵਾਲੀ ਗੈਸ ਬਿਊਟੇਨ ਹੁੰਦੀ ਹੈ, ਜੋ ਕਿ ਇੱਕ ਸੰਤ੍ਰਿਪਤ ਹਾਈਡਰੋਕਾਰਬਨ ਯਾਨੀ ਸੈਚੂਰੇਟਿਡ ਹਾਈਡਰੋਕਾਰਬਨ ਹੈ, ਜੋ ਨੀਲੀ ਲਾਟ ਨਾਲ ਬਲਦੇ ਹਨ। ਸਾਡਾ ਅਗਲਾ ਪ੍ਰਸ਼ਨ ਹੈ, ਬਲੈਕਬੋਰਡ 'ਤੇ ਸਮੀਕਰਨ ਲਿਖ ਕੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਹ ਹੇਠ ਲਿਖੀ ਕਿਰਿਆ ਦਾ ਨਾਮ ਦੱਸ ਸਕਦੇ ਹਨ ਜਿਸ ਵਿੱਚ ਇੱਕ ਬੜਾ ਮਹੱਤਵਪੂਰਨ ਰਸਾਇਣ ਬਣਦਾ ਹੈ। ਹੇਠ ਲਿਖੀ ਕਿਰਿਆ ਹੈ ਕਿ ਈਥਾਨੋਇਕ ਤੇਜ਼ਾਬ ਜਦੋਂ ਸੰਘਣੇ ਸਲਫਿਊਰਿਕ ਤੇਜ਼ਾਬ ਦੀ ਮੌਜੂਦਗੀ ਵਿੱਚ ਈਥੇਨੋਲ ਨਾਲ ਕਿਰਿਆ ਕਰਦਾ ਹੈ ਤੇ ਈਥਾਈਲ ਈਥਾਨੋਏਟ ਯਾਨੀ ਐਸਟਰ ਅਤੇ ਪਾਣੀ ਬਣਾਉਂਦਾ ਹੈ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਸਾਬਣੀਕਰਨ, ਦੂਸਰੀ ਅਸਟੈਰੀਕਰਨ, ਤੀਸਰੀ ਕ੍ਰਿਸਟਲੀਕਰਨ, ਚੌਥੀ ਜੋੜਾਤਮਕ ਕ੍ਰਿਆ। ਸਾਬਣੀਕਰਨ ਸਾਬਣ ਬਣਾਉਣ ਦੀ ਕ੍ਰਿਆ ਹੈ, ਅਸਟੈਰੀਕਰਨ ਐਸਟਰ ਬਣਾਉਣ ਦੀ ਕ੍ਰਿਆ ਹੈ, ਕ੍ਰਿਸਟਲੀਕਰਨ ਜਿਸ ਵਿੱਚ ਕ੍ਰਿਸਟਲ ਬਣਦੇ ਹਨ, ਜੋੜਾਤਮਕ ਕ੍ਰਿਆ ਜਿਸ ਵਿੱਚ ਇੱਕ ਪਦਾਰਥ ਨੂੰ ਦੂਜੇ ਪਦਾਰਥ ਨਾਲ ਜੋੜਿਆ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਐੜਾ ਯਾਨੀ ਅਸਟੈਰੀਕਰਨ। ਅਸਟੈਰੀਕਰਨ ਉਹ ਕ੍ਰਿਆ ਹੁੰਦੀ ਹੈ ਜਿਸ ਵਿੱਚ ਐਸਟਰ ਦਾ ਨਿਰਮਾਣ ਕੀਤਾ ਜਾਂਦਾ ਹੈ। ਐਸਟਰ ਇੱਕ ਕਿਸਮ ਦਾ ਖਾਸ ਪਦਾਰਥ ਹੈ ਜਿਸ ਨੂੰ ਪਰਫਿਊਮ ਵਿੱਚ ਖੁਸ਼ਬੂ ਲਈ ਵਰਤਿਆ ਜਾਂਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰਾਧਾ ਨੇ ਆਪਣੀ ਕਿਤਾਬ ਵਿੱਚ ਕਾਰਬਨ ਦੇ ਇੱਕ ਭਿੰਨ ਰੂਪ C60 ਬਾਰੇ ਪੜ੍ਹਿਆ ਜਿਸ ਵਿੱਚ ਕਾਰਬਨ ਦੇ ਪਰਮਾਣੂ ਫੁੱਟਬਾਲ ਦੇ ਰੂਪ ਵਿੱਚ ਜੁੜੇ ਹੁੰਦੇ ਹਨ। ਕੀ ਤੁਸੀਂ ਇਸ ਦਾ ਨਾਮ ਦੱਸ ਸਕਦੇ ਹੋ? ਪਿਆਰੇ ਵਿਦਿਆਰਥੀਓ, ਤੁਸੀਂ ਹੇਠਾਂ ਦਿੱਤੇ ਚਿੱਤਰ ਨੂੰ ਧਿਆਨ ਨਾਲ ਵੇਖੋ। ਇਸ ਵਿੱਚ ਕਾਰਬਨ ਦੇ 60 ਪਰਮਾਣੂ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹਨ ਜਿਸ ਤਰ੍ਹਾਂ ਨਾਲ ਫੁੱਟਬਾਲ ਦੇ ਵਿੱਚ
ਸ਼ੇਪ ਜਾਂ ਆਕਾਰ ਹੁੰਦਾ ਹੈ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਗ੍ਰੇਫਾਈਟ, ਦੂਜੀ ਹੀਰਾ, ਤੀਜੀ ਫੁਲਰੀਨ, ਚੌਥੀ ਮੀਥੇਨ। ਗ੍ਰੇਫਾਈਟ ਅਤੇ ਹੀਰਾ ਕਾਰਬਨ ਦੇ ਹੀ ਇੱਕ ਭਿੰਨ ਰੂਪ ਹਨ। ਫੁਲਰੀਨ ਵੀ ਇੱਕ ਭਿੰਨ ਰੂਪ ਹੈ। ਚੌਥਾ ਮੀਥੇਨ। ਇਸ ਪ੍ਰਸ਼ਨ ਦਾ ਉੱਤਰ ਹੈ ਈੜੀ ਯਾਨੀ ਫੁਲਰੀਨ। ਫੁਲਰੀਨ ਕਾਰਬਨ ਦਾ ਉਹ ਭਿੰਨ ਰੂਪ ਹੈ ਜਿਸ ਵਿੱਚ ਕਾਰਬਨ ਦੇ 60 ਪਰਮਾਣੂ ਇੱਕ ਦੂਜੇ ਨਾਲ ਫੁੱਟਬਾਲ ਦੇ ਆਕਾਰ ਦੀ ਸ਼ੇਪ ਵਿੱਚ ਜੁੜੇ ਹੁੰਦੇ ਹਨ। ਸਾਡਾ ਅਗਲਾ ਪ੍ਰਸ਼ਨ ਹੈ, ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਐਲਕਾਈਨ ਦਾ ਆਮ ਸੂਤਰ CnH2n-2 ਹੈ, ਤਾਂ ਅਧਿਆਪਕ ਨੇ ਪ੍ਰਿਆ ਤੋਂ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜਾ ਇਥਾਈਨ ਦਾ ਸੂਤਰ ਹੋ ਸਕਦਾ ਹੈ। ਇਥਾਈਨ ਦਾ ਸੂਤਰ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਦੇ ਪਹਿਲੇ ਅੱਖਰ ਯਾਨੀ ਐਥ ਵਿੱਚ ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਪਤਾ ਹੋਣਾ ਬਹੁਤ ਜ਼ਰੂਰੀ ਹੈ। ਐਥ ਦਾ ਮਤਲਬ 2 ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਹੁੰਦਾ ਹੈ। ਹੁਣ ਜੇ ਅਸੀਂ ਇਹ 2 ਸੰਖਿਆ ਦਾ ਮੁੱਲ n ਮੰਨ ਲਈਏ ਤੇ ਉੱਪਰ ਦਿੱਤੇ ਫਾਰਮੂਲੇ ਵਿੱਚ CnH2n-2 ਵਿੱਚ ਜੇ n ਦਾ ਮੁੱਲ 2 ਭਰਿਆ ਜਾਵੇ ਤੇ ਇਹ ਫਾਰਮੂਲਾ C2H2 ਯਾਨੀ C2H2 ਬਣ ਜਾਵੇਗਾ। ਇਸ ਆਧਾਰ ਤੇ ਹੇਠਾਂ ਦਿੱਤੀਆਂ ਗਈਆਂ ਪਹਿਲੀ ਆਪਸ਼ਨ C2H4 ਇਸ ਦਾ ਉੱਤਰ ਨਹੀਂ ਹੋ ਸਕਦਾ। ਦੂਜੀ ਆਪਸ਼ਨ CH4 ਇਹ ਵੀ ਇਸ ਦਾ ਉੱਤਰ ਨਹੀਂ ਹੋ ਸਕਦਾ। ਤੀਜੀ C4H6 ਇਹ ਵੀ ਇਸ ਦਾ ਉੱਤਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਨਾਲ ਦਿੱਤੇ ਗਏ ਚਿੱਤਰ ਵਿੱਚ ਤੁਸੀਂ ਇਥਾਈਨ ਦੀ ਰਚਨਾ ਬਾਰੇ ਵੇਖ ਸਕਦੇ ਹੋ। ਸੈਂਟਰ ਵਿੱਚ ਗੱਬੇ 2 ਕਾਰਬਨ ਦੇ ਪਰਮਾਣੂ, ਉਸ ਦੇ ਵਿਚਕਾਰ 3 ਬੰਧਨ ਯਾਨੀ 3 ਟ੍ਰਿਪਲ ਬੌਂਡ ਅਤੇ ਸਾਈਡਾਂ ਤੇ 2 ਹਾਈਡਰੋਜਨ ਦੇ ਪਰਮਾਣੂ ਲੱਗੇ ਹੁੰਦੇ ਹਨ। ਇਸ ਆਧਾਰ ਤੇ ਵੀ ਅਸੀਂ ਇਥਾਈਨ ਦਾ ਫਾਰਮੂਲਾ ਲੱਭ। ਇਸ ਪ੍ਰਸ਼ਨ ਦਾ ਉੱਤਰ ਹੈ ਸੱਸਾ ਯਾਨੀ C2H2। ਇਹ ਫਾਰਮੂਲਾ ਐਲਕਾਈਨ ਦੇ ਆਮ ਸੂਤਰ CnH2n-2 ਵਿੱਚ n ਦਾ ਮੁੱਲ 2 ਭਰ ਕੇ ਪ੍ਰਾਪਤ ਕੀਤਾ ਗਿਆ ਹੈ। ਇਸ ਫਾਰਮੂਲੇ ਅਨੁਸਾਰ ਇਸ ਦੇ ਵਿੱਚ ਕਾਰਬਨ ਦੇ 2 ਪਰਮਾਣੂ ਅਤੇ ਹਾਈਡਰੋਜਨ ਦੇ 2 ਪਰਮਾਣੂ ਹੁੰਦੇ ਹਨ। ਕਾਰਬਨ ਦੇ 2 ਪਰਮਾਣੂ ਆਪਸ ਵਿੱਚ 3 ਟ੍ਰਿਪਲ ਬੌਂਡ ਨਾਲ ਜੁੜੇ ਹੁੰਦੇ ਹਨ ਅਤੇ ਇੱਕ ਪਰਮਾਣੂ ਹਾਈਡਰੋਜਨ ਦਾ ਦੋਨੋਂ ਕਾਰਬਨ ਦੇ ਪਰਮਾਣੂਆਂ ਨਾਲ ਜੁੜਿਆ ਹੁੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸੁਰਜੀਤ ਆਪਣੇ ਮਾਮੇ ਦੇ ਵਿਆਹ ਤੋਂ ਅੱਜ ਹੀ ਵਾਪਸ ਆਈ ਹੈ। ਹੁਣ ਸਕੂਲ ਜਾਣ ਤੋਂ ਪਹਿਲਾਂ ਸੁਰਜੀਤ ਆਪਣੇ ਨਹੁੰਆਂ ਤੋਂ ਨੇਲ ਪਾਲਿਸ਼ ਉਤਾਰਨਾ ਚਾਹੁੰਦੀ ਹੈ। ਇਸ ਲਈ ਸੁਰਜੀਤ ਨੂੰ ਕਿਸ ਯੌਗਿਕ ਦੀ ਵਰਤੋਂ ਕਰਨੀ ਚਾਹੀਦੀ ਹੈ? ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ ਕਿ ਸੁਰਜੀਤ ਆਪਣੇ ਨਹੁੰਆਂ ਤੋਂ ਨੇਲ ਪਾਲਿਸ਼ ਉਤਾਰਨਾ ਚਾਹੁੰਦੀ ਹੈ। ਇਸ ਲਈ 4 ਆਪਸ਼ਨਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਸੇ ਇੱਕ ਯੌਗਿਕ ਦੀ ਵਰਤੋਂ ਕਰਕੇ ਉਹ ਆਪਣੇ ਹੱਥਾਂ ਨੇਲ ਪਾਲਿਸ਼ ਉਤਾਰ ਸਕਦੀ ਹੈ। ਇਸ ਦੀ ਪਹਿਲੀ ਆਪਸ਼ਨ ਹੈ ਐਸੀਟੋਨ, ਦੂਜੀ ਆਪਸ਼ਨ ਹੈ ਫਾਰਮੈਲਡੀਹਾਈਡ, ਤੀਜੀ ਆਪਸ਼ਨ ਹੈ ਅਲਕੋਹਲ ਤੇ ਚੌਥੀ ਆਪਸ਼ਨ ਹੈ ਸਿਰਕਾ। ਸਿਰਕਾ ਅਸੀਂ ਖਾਣ ਵਜੋਂ ਪ੍ਰਯੋਗ ਕਰਦੇ ਹਾਂ, ਐਲਕੋਹਲ ਸ਼ਰਾਬ ਵਜੋਂ ਪ੍ਰਯੋਗ ਕੀਤੀ ਜਾਂਦੀ ਹੈ ਅਤੇ ਫਾਰਮੈਲਡੀਹਾਈਡ ਇੱਕ ਲੈਬੋਰੇਟਰੀ ਰੀਏਜੈਂਟ ਵਜੋਂ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਪਹਿਲੀ ਆਪਸ਼ਨ ਐਸੀਟੋਨ ਇੱਕ ਰਸਾਇਣਿਕ ਪਦਾਰਥ ਹੈ ਜਿਸ ਦੀ ਵਰਤੋਂ ਨੇਲ ਪਾਲਿਸ਼ ਉਤਾਰਨ ਲਈ ਕੀਤੀ ਜਾ ਸਕਦੀ ਹੈ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਊੜਾ ਯਾਨੀ ਐਸੀਟੋਨ। ਐਸੀਟੋਨ ਇੱਕ ਰਸਾਇਣਿਕ ਪਦਾਰਥ ਹੈ ਜਿਸ ਨੂੰ ਨੇਲ ਪਾਲਿਸ਼ ਰਿਮੂਵਰ ਵਜੋਂ ਵਰਤਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਤੁਹਾਡੇ ਨਾਲ ਕਾਰਬਨ ਅਤੇ ਉਸਦੇ ਯੌਗਿਕ ਪਾਠ ਦੇ ਕੁਝ ਜ਼ਰੂਰੀ ਟੌਪਿਕ ਜਿਵੇਂ ਕਾਰਬਨ ਦੀ ਬਹੁਮੁਖੀ ਪ੍ਰਕਿਰਤੀ,
ਚੌ ਸੰਯੋਜਕਤਾ, ਲੜੀਬੰਧਨ, ਸੰਤ੍ਰਿਪਤ ਅਤੇ ਅਸੰਤ੍ਰਿਪਤ ਹਾਈਡਰੋਕਾਰਬਨ, ਐਲਕੇਨ, ਐਲਕੀਨ, ਐਲਕਾਈਨ, ਕਾਰਬੋਕਸਿਲਿਕ ਤੇਜ਼ਾਬ, ਐਲਕੋਹਲ, ਸਾਬਣ ਅਤੇ ਮੈਲ ਨਿਵਾਰਕ ਆਦਿ ਨਾਲ ਸੰਬੰਧਿਤ ਪੈਸ ਦੇ ਕੁਝ ਜ਼ਰੂਰੀ ਪ੍ਰਸ਼ਨਾਂ ਬਾਰੇ ਗੱਲਬਾਤ ਕੀਤੀ ਹੈ ਅਤੇ ਇਹ ਜਾਣਿਆ ਹੈ ਕਿ ਇਹਨਾਂ ਪ੍ਰਸ਼ਨਾਂ ਨੂੰ ਕਿਸ ਤਰ੍ਹਾਂ ਨਾਲ ਅਸੀਂ ਸਮਝ ਸਕਦੇ ਹਾਂ ਅਤੇ ਆਮ ਪ੍ਰਸ਼ਨਾਂ ਵਾਂਗ ਹੀ ਇਹਨਾਂ ਨੂੰ ਕਿਸ ਤਰ੍ਹਾਂ ਬਦਲ ਕੇ ਇੱਕ ਪੈਸ ਆਧਾਰਿਤ ਪ੍ਰਸ਼ਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਅਸੀਂ ਇਹ ਵੀ ਜਾਣਿਆ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਨਾਲ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਅਤੇ ਇਹਨਾਂ ਨੂੰ ਹੱਲ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਉਮੀਦ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਆਪਣੀ ਕਾਪੀ ਉੱਤੇ ਨੋਟ ਕੀਤਾ ਹੋਵੇਗਾ। ਇਹਨਾਂ ਪ੍ਰਸ਼ਨਾਂ ਨੂੰ ਬਾਅਦ ਵਿੱਚ ਤੁਸੀਂ ਧਿਆਨ ਨਾਲ ਦੁਬਾਰਾ ਪੜ੍ਹਨਾ ਹੈ ਅਤੇ ਸਮਝ ਕੇ ਯਾਦ ਕਰਨਾ ਹੈ ਤਾਂ ਕਿ ਆਉਣ ਵਾਲੀ ਪੈਸ ਦੀ ਪ੍ਰੀਖਿਆ ਵਿੱਚ ਤੁਸੀਂ ਇਹਨਾਂ ਪ੍ਰਸ਼ਨਾਂ ਰਾਹੀਂ ਚੰਗੇ ਅੰਕ ਹਾਸਲ ਕਰ ਸਕੋ ਅਤੇ ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਅਧਿਆਪਕਾਂ ਦਾ ਨਾਮ ਪੂਰੇ ਪੰਜਾਬ ਦੇ ਵਿੱਚ